तो आप क्या बनना चाहते हो बड़े हो? पुलिस। क्यों? अपने पापा को जेल में पढ़वाने के लिए। बेटे अलग अलग है, उनको नहीं दर्द होता क्या? क्या चाहते हो आप? मेरे भाई मुझे वापस दे दो। रूप ਦੇ ਵਿੱਚ ਉਹ ਪਤੀ ਨਹੀਂ ਆ। ਜੇ ਪਤੀ ਹੁੰਦਾ ਤੇ ਅੱਜ ਇੱਕ ਛੋਟੀ ਬੱਚੀ ਰੋਲਦੀ ਥੋੜਾ ਹੁੰਦੀ ਸੜਕਾਂ ਦੇ ਉੱਤੇ। ਕਿਹੜਾ ਫੈਸਲਾ ਲੈ ਲੈਣਗੇ, ਕੋਈ ਜੱਜ ਕਿਹੜਾ ਫੈਸਲਾ ਲੈ ਲੈਣਗੇ? ਪਰ ਜਿਹੜੀ ਕਚਹਿਰੀ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਉੱਥੇ ਸਾਰੇ ਕਾਨੂੰਨ ਬਰਾਬਰ ਹੋਣੇ ਚਾਹੀਦੇ। ਇੱਥੇ ਧਰਨੇ ਦੇ ਬੈਠੇ ਕੀ ਹੈ ਪੇਪਰ ਦੱਸ ਦਿਓ ਥੋੜਾ ਜਿਹਾ ਜੀ। ਵੀਰਾਂ ਦੀ ਹਾਜ਼ਰੀ ਵਿੱਚ ਇਹ ਕਮਿਸ਼ਨ ਦੀ ਲੈਟਰ ਹੈ। ਜੀ ਲੈਟਰ 'ਚ ਇਹੀ ਹੈ ਕਿ ਸਰ ਇਹ ਮਾਮਲੇ ਦੀ ਤਫਤੀਸ਼ ਕੀਤੀ ਜਾਵੇ। ਇਹ ਜੀ ਜੋ ਉਹਨੇ ਸੈਕਸ਼ਨ 9 ਦਾ ਕੇਸ ਪਾਇਆ ਬਸੋਲ ਦਾ ਕਿ ਇਹਨੇ 29/11 ਨੂੰ ਆਪਣੇ ਵਿਡਰਾਅ ਕਰ ਲਿਆ। ਇਸ ਵਿੱਚ ਕਿਹਾ ਕਿ ਮੈਂ ਜਾਣਾ ਚਾਹੁੰਦਾ ਹਰੇ ਲਾਲਾ ਦਾ ਨੂੰ ਲੈ ਕੇ ਨਹੀਂ ਗਿਆ ਉਦੋਂ। ਇਸ ਤੋਂ ਪਹਿਲਾਂ ਵੀ ਧਰਨੇ ਲਾਏ ਤੁਸੀਂ? ਨਹੀਂ ਜੀ ਇਹ 19 ਤੋਂ ਪਹਿਲਾਂ ਨਹੀਂ। ਹਾਂ ਬੇਟਾ, ਕੀ ਨਾਮ ਤੁਹਾਡਾ? मेरा नाम सानवी भाटी है। ਮਾਤਾ ਦਾ ਨਾਮ? उर्वशी। ਪਿਤਾ ਜੀ? दीपक भाटी, SDM अजनाला। ਕੀ ਕਰਦੇ ਨੇ ਪਿਤਾ ਜੀ ਤੁਹਾਡੇ? SDM अजनाला। ਅੱਜ ਇੱਥੇ ਬੈਠੇ ਹੋ ਤੁਸੀਂ ਧਰਨਾ ਲਾ ਕੇ, ਕਿੰਨੇ ਚਿਰ ਤੋਂ ਬੈਠੇ ਹੋ? 6 दिन हो गया। किस लिए धरना लगाया? अपने भाइयों के लिए लगाया। पापा से मिले नहीं आप? नहीं। पहले भी आपने धरने लगाए? हाँ जी, उनके ऑफिस के बाहर। तो वहाँ पे भी नहीं मिले पापा? नहीं, क्यों नहीं मिलते, क्या वजह है? बोलते मैं हमेशा बिजी हूँ। जितनी बारी जाती उतनी बारी बोलते कि मैं बिजी हूँ। क्या आपके भाइयों से नहीं मिलने दिया जा रहा? नहीं मिलेगा। मिलना चाहते हो आप? 3 साल हो गया, मैं कभी मिली नहीं हूँ। कितने भाई? 2 भाई है। तो आप क्या बनना चाहते हो बड़े हो? पुलिस। क्यों? अपने पापा को जेल में पढ़वाने के लिए। क्या आपको दर्द नहीं है पापा क्या वो जेल में जाएंगे तो? पापा को दर्द नहीं होता क्या? उनकी बेटी और उनके जो बेटे अलग अलग है, उनको नहीं दर्द होता क्या? क्या चाहते हो आप? मेरे भाई मुझे वापस दे दो। हाँ जी, अपना नाम दस। ਮੈਂ ਡਾਕਟਰ ਸਿੰਦਰ ਕਮਲ ਲੋਕਰਾਜ ਲਹਿਰ ਤੋਂ ਅੱਜ ਉਰਵਸ਼ੀ ਦੇ ਕੋਲ ਪ੍ਰੋਪਰ ਤੌਰ ਦੇ ਉੱਤੇ ਪਹੁੰਚੇ ਹੋਏ ਆ। ਅੱਜ ਨਹੀਂ ਪਹੁੰਚੇ, ਪਰਸੋਂ ਵੀ ਆਏ ਸੀ, ਚੌਥੇ ਵੀ ਆਏ ਸੀ। ਕਾਫੀ ਦਿਨ ਹੋ ਗਏ ਆ ਜਿੱਦਣ ਦਾ ਇਹ ਮਸਲਾ ਸ਼ੁਰੂ ਹੋਇਆ ਵਾ ਜਾਂ ਲਾਈਮਲਾਈਟ ਦੇ ਵਿੱਚ ਆਪਾਂ ਆਏ ਆ ਸਾਰੇ, ਕਿਉਂਕਿ ਇਹ ਮਸਲਾ ਜਿਹੜਾ ਸੀਗਾ, ਜਿਵੇਂ ਔਰਤਾਂ ਦੇ ਪਹਿਲਾਂ ਵੀ ਮਸਲੇ ਬਹੁਤ ਸਾਰੇ ਆਉਂਦੇ ਨੇ, ਡੀਲ ਕਰਦੀ ਆ ਮੈਂ ਆਲਮੋਸਟ। ਡਾਕਟਰ ਸਿੰਦਰ ਕਮਲ ਦੇ ਬਾਰੇ ਲੋਕਾਂ ਨੂੰ ਪਤਾ ਹੀ ਆ ਕਿ ਔਰਤਾਂ ਦੇ ਮਸਲੇ ਆਉਂਦੇ ਆ। ਜਦੋਂ ਇਸ ਲੜਕੀ ਦੇ ਮਸਲੇ ਦੀ ਗੱਲ ਆਈ ਤੇ ਇੱਥੇ ਲੜਾਈ ਜਿਹੜੀ ਆ ਨਾ ਔਰਤ ਦੀ ਹੋਂਦ ਦੀ ਤੇ ਸੱਤਾ ਤੇ ਸ਼ਕਤੀ ਦੀ ਆ। ਇੱਥੇ ਮਤਲਬ ਦੇਖਿਆ ਹੀ ਨਹੀਂ ਜਾ ਰਿਹਾ ਕਿ ਇੱਕ ਮਾਂ ਵਾ, ਇੱਥੇ ਵੇਖਿਆ ਹੀ ਨਹੀਂ ਜਾ ਰਿਹਾ ਕਿ ਇੱਕ ਪਤੀ ਆ। ਇੱਥੇ ਤਾਂ ਸਿਰਫ ਇੱਕ SDM ਤੇ ਇੱਕ ਉਹ ਔਰਤ ਜਿਹਦੇ ਕੋਲ ਸ਼ਕਤੀ ਨਹੀਂ ਆ। ਸ਼ਕਤੀਹੀਨ ਔਰਤਾਂ ਦੀ ਤੇ ਸ਼ਕਤੀ ਦੇ ਨਾਲ ਲੜਾਈ ਆ। ਤਾਂ ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇਹ ਬੇਨਤੀ ਆ, ਰਾਸ਼ਟਰਪਤੀ ਸਾਹਿਬ ਤੱਕ ਵੀ ਇਹ ਬੇਨਤੀ ਆ ਕਿ SDM ਉਹ ਪਾਵਰ ਆ ਜਿਹਦੇ ਅੰਦਰ ਪੂਰਾ ਜ਼ਿਲ੍ਹਾ ਚੱਲਣਾ ਹੁੰਦਾ। ਕਿਹੜਾ ਬੰਦਾ ਉਹਨਾਂ ਦੇ ਖਿਲਾਫ ਲਊਗਾ ਹੁਣ ਐਕਸ਼ਨ? ਤਾਂ ਇਸੇ ਕਰਕੇ ਹੀ ਅੱਜ ਇਹ ਸੜਕਾਂ ਤੇ ਨੇ ਮਾਵਾਂ ਧੀਆਂ, ਕਿਉਂਕਿ ਕੋਈ ਐਕਸ਼ਨ ਨਹੀਂ ਲੈ ਰਿਹਾ। ਜਿਉਂ ਤੋਂ 2011 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਕੇਸ ਚੱਲੇ ਆ, ਸਾਰੇ ਦੇ ਸਾਰੇ ਕੇਸ ਵਿਦਆਊਟ ਇਨਕੁਆਇਰੀ ਪੈਂਡਿੰਗ ਪਏ ਹੋਏ ਆ। ਕਿਉਂ? ਕੋਈ ਤਾਂ ਸਵਾਲ ਦਾ ਜਵਾਬ ਦੇਵੇ ਨਾ ਕਿ ਜੇਕਰ ਆਮ ਬੰਦੇ ਦੇ ਉੱਤੇ ਕੋਈ ਕੇਸ ਹੁੰਦਾ ਵਾ, ਕੋਈ ਇਨਕੁਆਇਰੀ ਲੱਗਦੀ ਆ, ਤਾਂ ਉਹ ਕਿਸੇ ਨਾ ਕਿਸੇ ਮਕਸਦ ਦੇ ਉੱਤੇ, ਕਿਸੇ ਨਾ ਕਿਸੇ ਨਤੀਜੇ ਦੇ ਉੱਤੇ ਪਹੁੰਚਦੇ ਆ। ਲੇਕਿਨ SDM ਇੱਕ ਉਹ ਪਾਵਰ ਆ ਜਦੋਂ ਕਿ ਇੱਕ ਬੰਦਾ ਐਗਜ਼ਾਮ ਕਲੀਅਰ ਕਰਕੇ ਇੱਥੋਂ ਤੱਕ ਪਹੁੰਚਿਆ ਵਾ। ਹੁਣ ਉਹਨਾਂ ਨੂੰ ਅੱਜ ਇਹ ਚੇਤਾ ਆਉਂਦਾ ਵਾ ਕਿ ਮੇਰੀ ਜਿਹੜੀ ਆ ਉਹ ਮੇਰਾ ਜਿਹੜਾ ਨਾਮ ਆ, ਮੇਰਾ ਜਿਹੜਾ ਇੱਕ ਸਟੇਟਸ ਸਿੰਬਲ ਆ, ਉਹਦਾ ਇਹ ਮਿਸਯੂਜ਼ ਕਰਨਾ ਚਾਹੁੰਦੀ ਹੈ। ਜੋ ਉਹਨਾਂ ਤੋਂ ਸਵਾਲਾਂ ਦੇ ਜਵਾਬ ਆਏ ਕਿ ਉਹਦਾ ਮਿਸਯੂਜ਼ ਕਰਨਾ ਚਾਹੁੰਦੀ ਆ। ਉਹ ਸਟੇਟਸ ਸਿੰਬਲ ਕਿਤੇ ਉਹ ਪੈਦਾਇਸ਼ੀ ਤਾਂ ਨਹੀਂ ਸੀ ਲੈ ਕੇ ਆਏ। 2011 ਚ ਤੁਸੀਂ ਦੱਸਿਆ ਕਿ ਵਿਆਹ ਹੋਇਆ। ਮਹਿਲਾ ਯੋਜਨਾ ਨੂੰ ਮਿਲੇ ਨੇ, ਕੋਈ ਸੁਣਵਾਈ ਨਹੀਂ ਹੋ ਰਹੀ। ਕਿਉਂ ਨਹੀਂ ਇਹਨਾਂ ਦੀ ਸੁਣਵਾਈ ਹੋ ਰਹੀ? ਕਿਹੜੀ ਵਜ੍ਹਾ ਮੰਨਦੇ ਤੁਸੀਂ? ਵਜ੍ਹਾ ਮੈਂ ਮੰਨਦੀ ਹਾਂ ਸੱਤਾ, ਵਜ੍ਹਾ ਮੈਂ ਮੰਨਦੀ ਹਾਂ ਸ਼ਕਤੀ। ਕਿਉਂਕਿ ਸ਼ਕਤੀ ਤੇ ਇੱਕ ਸ਼ਕਤੀਹੀਨ ਔਰਤ ਨੂੰ ਤੇ ਅਜੇ ਤੱਕ ਸ਼ਕਤੀਹੀਨ ਹੀ ਮੰਨਿਆ ਗਿਆ ਵਾ ਨਾ। ਸੰਵਿਧਾਨ ਨੇ ਵੀ ਉਹਨੂੰ ਸ਼ਕਤੀਹੀਨ ਕਰ ਦਿੱਤਾ, ਜਾਂ ਤੁਸੀਂ ਇਹ ਸਮਝ ਲਓ ਕਿ ਆਰਥਿਕ ਪੱਧਰ ਦੇ ਉੱਤੇ ਸ਼ਕਤੀਹੀਨ ਕਰ ਦਿੱਤਾ। ਹੁਣ ਔਰਤਾਂ ਦੇ ਵਿੱਚ ਜੇਕਰ ਇਹ ਦੇਖਿਆ ਜਾਵੇ ਤੇ ਸੰਵਿਧਾਨਿਕ ਪੱਧਰ ਦੇ ਉੱਤੇ ਅਗਰ ਔਰਤਾਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਆ, ਤੇ ਜਦੋਂ ਇੱਕ SDM ਬੈਠਾ ਪਤੀ ਦੇ ਰੂਪ ਦੇ ਵਿੱਚ, ਉਹ ਪਤੀ ਨਹੀਂ ਆ। ਜੇ ਪਤੀ ਹੁੰਦਾ ਤੇ ਅੱਜ ਇੱਕ ਛੋਟੀ ਬੱਚੀ ਰੋਲਦੀ ਥੋੜਾ ਹੁੰਦੀ ਸੜਕਾਂ ਦੇ ਉੱਤੇ। ਉੱਥੇ ਸ਼ਕਤੀ ਕੰਮ ਕਰਦੀ ਪਈ ਆ ਤੇ ਦੂਸਰੇ ਪਾਸੇ ਜਿਹੜੀ ਆ ਉਹ ਅਰਥ ਵਿਵਸਥਾ ਦੀ ਉਹ ਸ਼ਕਤੀਹੀਨ ਇੱਕ ਚੀਜ਼ ਕੰਮ ਕਰਦੀ ਪਈ ਆ, ਜਿੱਥੇ ਔਰਤ ਨੂੰ ਰੱਖਿਆ ਗਿਆ ਵਾ। ਇੱਥੇ ਰਿਸ਼ਤਾ ਕੋਈ ਮਾਇਨੇ ਨਹੀਂ ਰੱਖ ਰਿਹਾ। ਅੱਜ ਦਿਨ ਤੋਂ ਇਹ ਧਰਨੇ ਤੇ ਬੈਠੇ ਹੋਏ ਨੇ, ਕੋਈ ਸੁਣਵਾਈ ਨਹੀਂ ਹੋ ਰਹੀ। ਤੁਸੀਂ ਵੀ ਆਏ ਉਹਨਾਂ ਦੇ ਸਮਰਥਨ ਦੇ ਵਿੱਚ, ਕੀ ਚਾਹੁੰਦੇ ਹੋ ਤੁਸੀਂ? ਜੇ ਨਹੀਂ ਸੁਣਵਾਈ ਹੋਏਗੀ ਕੀ ਆਉਣ ਵਾਲਾ ਸਟੈਪ? ਦੇਖੋ, SDM ਦੇ ਲਈ ਕਿਸੇ ਨੇ ਕੋਈ ਫੈਸਲਾ ਨਹੀਂ ਲੈਣਾ, ਇਹ ਬਿਲਕੁਲ ਕਲੀਅਰ ਆ, ਕਿਉਂਕਿ ਉਹ
ਪਾਵਰ ਦਿਓ ਉਸ ਪੋਜੀਸ਼ਨ ਦੇ ਉੱਤੇ ਆ ਜਿੱਥੇ ਨਾ ਤਾਂ ਡੀਸੀ ਸਾਹਿਬ ਕਿਹੜਾ ਫੈਸਲਾ ਲੈ ਲੈਣਗੇ, ਕੋਈ ਜੱਜ ਕਿਹੜਾ ਫੈਸਲਾ ਲੈ ਲੈਣਗੇ, ਪਰ ਜਿਹੜੀ ਕਚਹਿਰੀ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਉੱਥੇ ਸਾਰੇ ਕਾਨੂੰਨ ਬਰਾਬਰ ਹੋਣੇ ਚਾਹੀਦੇ ਆ। ਤਾਂ ਮੇਰੀ ਰਾਸ਼ਟਰਪਤੀ ਸਾਹਿਬ ਤੋਂ, ਮੇਰੇ ਪ੍ਰਧਾਨ ਮੰਤਰੀ ਸਾਹਿਬ ਤੋਂ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਇਹ ਬੇਨਤੀ ਆ ਕਿ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਕੇ ਐਸਡੀਐਮ ਸਾਹਿਬ ਨੂੰ ਜਿਹੜਾ ਵਾ ਇਹ ਡੋਮੈਸਟਿਕ ਵਾਇਲੈਂਸ ਕਰਕੇ ਔਰ ਫਿਰ ਇੱਕ ਔਰਤ ਨੂੰ ਜਦੋਂ ਉਹਦਾ ਬੱਚਾ ਉਹ ਨਹੀਂ ਦੇਣਾ ਚਾਹੁੰਦੀ ਕਿਸੇ ਨੂੰ, ਕਿਉਂ ਉਹਦੇ ਉੱਤੇ ਫੋਰਸ ਕੀਤਾ ਜਾ ਰਿਹਾ, ਤਾਂ ਸੱਤਾ ਦੀ ਤੇ ਇੱਕ ਔਰਤ ਜਿਹੜੀ ਸ਼ਕਤੀਹੀਨ ਦੀ ਲੜਾਈ ਆ। ਸੋ ਇਸ ਲੜਾਈ ਜਿਹੜੀ ਆ ਉਹ ਜਾਂ ਤਾਂ ਜਨ ਸਧਾਰਨ ਦੇ ਜਿਹੜੇ ਰੋਹ ਦੇ ਨਾਲ ਠੀਕ ਹੋਣੀ ਆ, ਨਹੀਂ ਤਾਂ ਕਿਸੇ ਵੀ ਸਰਕਾਰੀ ਦਰਬਾਰੇ ਅਜੇ ਤੱਕ ਕੋਈ ਉਮੀਦ ਨਜ਼ਰ ਨਹੀਂ ਆਉਂਦੀ, ਕਿਉਂਕਿ ਬਹੁਤ ਸਾਰੇ ਕੇਸ ਹੁਣ ਤੱਕ ਲੱਗ ਚੁੱਕੇ ਆ। ਤਾਂ ਮੇਰੀ ਬਕਾਇਦਾ ਤੌਰ ਤੇ ਰਾਸ਼ਟਰਪਤੀ ਸਾਹਿਬ ਨੂੰ ਵੀ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਹੈ ਕਿ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਕੇ ਉਹ ਜਿਹੜੀ ਸੱਤਾ ਧਿਰ ਆ ਜਿਹੜੀ ਇਸ ਸਮੇਂ ਇੱਕ ਨਿਰਬਲ ਔਰਤ ਦੇ ਨਾਲ ਲੜਦੀ ਪਈ ਆ, ਕਿਉਂਕਿ ਇਹ ਔਰਤ ਦੀ ਹੁਣ ਪਰਸਨਲ ਲੜਾਈ ਹੈ, ਇੱਥੇ ਕੋਈ ਫਾਦਰ ਨਹੀਂ ਰਹਿ ਗਿਆ, ਇੱਥੇ ਕੋਈ ਭਰਾ ਨਹੀਂ ਰਹਿ ਗਿਆ, ਚਾਹੇ ਉਹ ਵੱਡੀਆਂ ਵੱਡੀਆਂ ਪੋਸਟਾਂ ਤੇ ਹੋਣ। ਅੱਜ ਔਰਤ ਦੀ ਹੋਂਦ ਦੀ ਲੜਾਈ ਆ। ਜਿਹੜੇ ਸਾਡੇ ਸੰਵਿਧਾਨ ਕਹਿ ਰਿਹਾ ਵਾ ਨਾ ਕਿ ਔਰਤ ਬਚਾਓ, ਹੈ ਨਾ, ਬੇਟੀ ਬਚਾਓ ਬੇਟੀ ਪੜਾਓ। ਆ ਬੇਟੀ ਆ ਦੇਖੋ ਤੁਸੀਂ, ਆ ਬੇਟੀ ਛੋਟੀ ਜਿੰਨੀ, ਕਿਹੜੇ ਬੇਟੀ ਪੜਾਓ ਬੇਟੀ ਬਚਾਓ ਦੇ ਅਸੀਂ ਐਸਡੀਐਮ ਦੇ ਰਾਹੀਂ ਨਾਰੇ ਲਾ ਰਹੇ ਹਾਂ। ਤਾਂ ਜਦੋਂ ਸਾਡੀ ਬੇਟੀ ਸੜਕਾਂ ਦੇ ਉੱਤੇ ਰੋਲ ਰਹੀ ਆ, ਸੋ ਮੇਰੀ ਗੁਜ਼ਾਰਿਸ਼ ਆ ਕਿ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਕੇ ਸੱਤਾ ਦੇ ਵਿਰੁੱਧ ਜੋ ਵੀ ਆ ਉਹ ਫੈਸਲਾ ਲਿਆ ਜਾਵੇ। ਗੱਲ ਫਿਰ ਉੱਥੇ ਆ ਜਾਂਦੀ ਆ ਕਿ ਉਹ ਵੀ ਉਸ ਪਦ ਦੇ ਉੱਤੇ ਨੇ ਜਿੱਥੇ ਸੱਤਾ ਕੰਮ ਕਰਦੀ ਹੈ, ਜਿੱਥੇ ਸ਼ਕਤੀ ਕੰਮ ਕਰਦੀ ਆ। ਤਾਂ ਬਰਾਬਰ ਦੀ ਪੋਸਟ ਦੇ ਵਿੱਚ ਇੱਥੇ ਸ਼ਕਤੀ ਕੰਮ ਕਰਦੀ ਪਈ ਹੈ, ਤਾਂ ਸ਼ਕਤੀ ਨੂੰ ਕਿਸ ਤਰ੍ਹਾਂ ਕੱਟੂਗੀ? ਇੱਥੇ ਤਾਂ ਕਾਨੂੰਨ ਹੀ ਆ ਨਾ ਕਿ ਆਪਣੇ ਦਾਅਵੇਦਾਰੀ ਪੇਸ਼ ਹੱਲ ਜਿਹੜੇ ਉਹ ਪ੍ਰਧਾਨ ਮੰਤਰੀ ਸਾਹਿਬ ਕਰ ਸਕਦੇ ਆ, ਹੈ ਨਾ, ਹੱਲ ਕਰ ਸਕਦੇ ਨੇ। ਪੰਜਾਬ ਦੇ ਰਾਜਾ ਇਹ ਅੜੇ ਹੋਏ ਨੇ ਕਿ ਉਹਨਾਂ ਚਿਰ ਉੱਠਣਾ ਨਹੀਂ, ਇੱਥੋਂ ਜਿੰਨਾ ਚਿਰ ਇਹਨਾਂ ਨੂੰ ਨਹੀਂ ਉੱਠਣਾ ਚਾਹੀਦਾ, ਜਦੋਂ ਤੱਕ ਇਨਸਾਫ ਨਹੀਂ ਮਿਲਦਾ ਨਹੀਂ ਉੱਠਣਾ ਚਾਹੀਦਾ। ਔਰ ਇਹ ਲੜਾਈ ਔਰਤਾਂ ਦੀ ਲੜਾਈ ਆ। ਸੋ ਜਿੰਨੀਆਂ ਵੀ ਔਰਤਾਂ ਨੇ, ਮੈਂ ਇੱਕ ਵਾਰੀ ਗੁਜ਼ਾਰਿਸ਼ ਕਰੂੰਗੀ ਕਿ ਉਹ ਬਾਹਰ ਨਿਕਲਣ, ਤਾਂ ਕਿ ਅੱਜ ਜੇਕਰ ਸੱਤਾ ਕਿਸੇ ਇੱਕ ਔਰਤ ਦੇ ਨਾਲ ਇਸ ਤਰ੍ਹਾਂ ਕਰਦੀ ਪਈ ਆ ਤੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਸੱਤਾ ਜਿਹੜੀ ਉਹਨਾਂ ਨੂੰ ਸੜਕਾਂ ਤੇ ਬਿਠਾ ਸਕਦੀ ਆ। ਤਾਂ ਸੱਤਾ ਇਸ ਤਰ੍ਹਾਂ ਨਾ ਕਰੇ, ਸ਼ਕਤੀ ਇਸ ਤਰ੍ਹਾਂ ਨਾ ਕਰੇ। ਸੋ ਮੈਂ ਉਰਵਸ਼ੀ ਦੇ ਨਾਲ ਆ। हाँ जी सर, मेरा नाम उर्वशी है। मैं दीपक भाटिया की पत्नी है जो कि इस टाइम एसडीएम अजनाला ने। सर सानू हुण 6 दिन हो गए असीं धरना ला के बैठे हैं। असीं धरना अपने बच्चों नहीं ला के बैठे हैं। 2 बेटे ने मेरे, सक्षम भाटिया, एक हैगा सुतम भाटिया जिसकी उम्र हैगी 6 साल, एक दी हैगी 3 साल। वो साडे को जबरी खोए हुए आ, जिस करके मैं धरना लै कि मेरे बच्चे दिन दर तक मैनू नहीं मिलणगे, मैं नहीं उठांगी इस धरने तो। सर सानू जुलाई 2018 का घरों बाहर कढ़िया दा उन्हां ने, पर असी यही प्रशासन को मांग कर रहे हैं कि सानू मेरे बच्चे वापस दिते जान। असी बहुत थक चुके हैं कोर्ट कचहरियां दे धक्के खा के। हुण साडी बस हो गई तो असीं हुण अज इत्थे बैठे होए। कितना चिर हो गया तुहानू ਜਿਹੜੇ ਧੱਕੇ ਖਾਂਦੇ ਆ? सर 3 साल हो गए सन धक्के खांदे। ਹੁਣ ਇੱਥੇ ਧਰਨੇ ਲਾਏ ਜੀ? सानू अज सर 6 दिन हो चले इत्थे धरना लाए। ਤੁਸੀਂ ਪਹਿਲਾਂ ਉਹਨਾਂ ਦੇ ਉੱਥੇ ਵੀ ਲਾਏ ਸੀ, ਦਫ਼ਤਰ ਦੇ ਬਾਹਰ ਵੀ? हाँ जी सर, दफ्तर के बाहर भी धरने लाए आ, पर जिसका कोई असर नहीं होया प्रशासन से। ਹੁਣ ਬੇਟੀ ਵੀ ਤੁਸੀਂ ਨਾਲ ਲੈ ਕੇ ਬੈਠੇ ਹੋ? हाँ जी सर, बेट गुड़िया मेरी नाल ही है, मेरे नाल ही है। 6 दिन तो इत्थे ही है। ਕੀ ਮੰਗ ਕੀ ਹੈ ਤੁਹਾਡੀ ਮੇਨ? सर मेरी मांग ये है कि जे दीपक नूं मैं नहीं पसंद तो मेरे पुत्र मैनू वापस देवे। जिथे चैरी भाटिया कहंदा ब्याह करा ले, जिथे ज्योति कहंदी ब्याह करा ले, मैनू कोई एतराज़ नहीं है, जो दा दिल करदा करे, पर मेरे पुत्र मैनू वापस दिते ਤੁਹਾਨੂੰ जाण। ਪਤਾ ਚੱਲਿਆ ਜੋ ਇਹ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਤੁਹਾਡੇ ਵੱਲੋਂ ਤੇ ਉਹਨਾਂ ਵੱਲੋਂ ਜੀ? हाँ जी सर उन्होंने पहला वसाउण दा केस पाया सी जुलाई 2018 दे विच, जिस दा फैसला होया कि मैं जाना चाहुंदी हाँ। उन्होंने केस भी विड्रॉ करा लिया है। मैं अपनी पहली वीडियोस च सारे प्रूफ भी दिखाए आ। फिर मैं जनवरी 2019 ਨੂੰ ਇਸ ਘਰ ਵਿੱਚ ਦੁਬਾਰਾ ਗਈ ਆਪਣੇ ਬੱਚਿਆਂ ਕਰਕੇ, ਪਰ ਜਬਰੀ ਦੀਪਕ ਭਾਟੀਆ ਨੇ ਮੈਨੂੰ ਫੇਰ ਇਸ ਘਰ ਚੋਂ ਦੁਬਾਰਾ ਕੱਢਿਆ, ਰਾਜਵਿੰਦਰ ਐਸਐਚਓ ਨੂੰ ਸੱਦ ਕੇ, ਜਦ ਕਿ ਉਹਨਾਂ ਕੋਲ ਕੋਈ ਰਾਈਟ ਨਹੀਂ ਸੀ ਇਸ ਘਰ ਚੋਂ ਕੱਢਣ ਦਾ। ਪਰ ਦੀਪਕ ਨੇ ਆਪਣੀ ਐਸਡੀਐਮ ਦੀ ਪਾਵਰ ਦਾ ਫੁੱਲ ਜ਼ੋਰ ਦਿਖਾਇਆ ਔਰ ਮੈਨੂੰ ਇਸ ਘਰ ਚੋਂ ਬੇਕਾਰ ਕੀਤਾ। ਉਹਨਾਂ ਨੇ ਵੀ ਕਿਹਾ ਜੋ ਬੇਟੀ ਨੂੰ ਲੈਣਾ ਚਾਹੁੰਦੇ ਨੇ ਤੁਹਾਡੇ, ਉਹਨਾਂ ਨੇ ਉਹ ਵੀ ਕੇਸ ਪਾਇਆ ਹੋਇਆ ਬੇਟੀ। ਸਰ ਜੇ ਬੇਟੀ ਨੂੰ ਵੀ ਲੈ ਜਾਣਗੇ ਤੇ ਮੈਂ ਵੀ ਕਿਸੇ ਦੀ ਬੇਟੀ ਹਾਂ। ਮੈਂ ਕਿਹੜੇ ਖੂਹ 'ਚ ਡਿੱਗਾ? 3 ਬੱਚੇ ਮੈਂ ਉਹਨਾਂ ਲਈ ਜੰਮੇ, ਮੈਂ ਕੋਈ ਮਸ਼ੀਨ ਥੋੜੀ ਆ। मैं माँ आ, मैनू राइट अपने बच्चों को रहन दा। मैं लोगों को टॉफियां गोलियां नहीं है कि लोगों वास्ते जम्मे कि लो वंड दो टॉफियां गोलियां। ये बच्चे आ मेरे। ये ਤੁਹਾਡੀ मां जी नहीं पूरी ਹੁੰਦੀ ਤਾਂ ਕੀ? सर मैं इत्थे जीवूंगी, इत्थे ही मरूंगी। मैं इत्थों नहीं उठना, ना मैनू दुनिया की कोई ताकत ठा सकती है। मैं इत्थे ही मरांगी जे मैनू मेरे बच्चे ना वापस दिते। ਪਾਰਟੀ ਦਾ ਕਿਹੜੀ ਮਦਦ ਵਾਸਤੇ? ਸੁਖਜਿੰਦਰ ਸਿੰਘ ਭਗਤੂਪੁਰਾ ਲੋਕ ਇਨਸਾਫ ਪਾਰਟੀ ਤੋਂ ਸ਼ਹਿਰੀ ਪ੍ਰਧਾਨ ਹੈ ਜੀ। ਇਸ ਭੈਣ ਦੀ ਅਸੀਂ ਮੁੱਦਾ ਚੁੱਕਿਆ ਸੀ। ਅੱਜ ਸਾਡੇ ਨਾਲ ਜਾਗਦਾ ਜਮੀਰ ਵਾਲੇ ਸਰਬੱਤ ਦਾ ਭਲਾ ਸੰਸਥਾ ਲੋਕ ਰਾਏ ਲਹਿਰ ਸਾਰੇ ਆਣ ਖੜੇ ਆ। ਅਸੀਂ ਇਸ ਭੈਣ ਦੇ ਮਸਲੇ ਨੂੰ ਹੱਲ ਕਰਾ ਕੇ ਹੀ ਦਮ ਲਵਾਂਗੇ। ਕੌਣ ਹੈ, ਕੀ ਮਸਲਾ ਹੈ ਇਹ? ਮਤਲਬ ਕੀ? ਇਹ ਐਸਡੀਐਮ ਆ ਦੀਪਕ ਭਾਟੀਆ ਅਜਨਾਲਾ ਦੇ ਵਿਖੇ ਤੈਨਾਤ ਆ। ਉਹਦੀ ਵਾਈਫ ਆ ਉਰਵਸ਼ੀ, ਤੇ
ਤੇ ਉਹਦੀ ਬੇਟੀ ਨੂੰ ਐਸਡੀਐਮ ਨੇ ਪਿਛਲੇ 3-4 ਸਾਲ ਤੋਂ ਘਰੋਂ ਕੱਢਿਆ ਹੋਇਆ ਵਾ ਔਰ ਉਸਦੇ ਬੇਟਿਆਂ ਨੂੰ ਜਬਰੀ ਆਪਣੇ ਕੋਲ ਰੱਖ ਰਿਹਾ ਔਰ ਜਦੋਂ ਕਿ ਬਿਲਕੁਲ ਗੈਰ ਸੰਵਿਧਾਨਿਕ ਆ, ਗੈਰ ਕਾਨੂੰਨੀ ਔਰ ਗੈਰ ਮਨੁੱਖਤਾ ਦੇ ਤੌਰ ਤੇ ਆ ਕਿ ਇੱਕ ਮਾਂ ਦੇ ਕੋਲੋਂ ਉਹਦੇ ਮਾਈਨਰ ਬੱਚੇ ਜਿਹੜੇ ਉਹ ਵਿਛੋੜ ਦਿੱਤੇ ਜਾਣ ਔਰ ਇਹ ਬਹੁਤ ਵੱਡਾ ਜੁਰਮ ਐਸਡੀਐਮ ਕਰ ਰਿਹਾ ਜਿਸ ਦਾ ਖਮਿਆਜਾ ਐਸਡੀਐਮ ਨੂੰ ਭੁਗਤਣਾ ਪਵੇਗਾ। ਕੀ ਵਜ੍ਹਾ ਦੱਸੀ ਕਿਉਂ ਉਹਨਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਹੋਇਆ ਸੀ? ਇੱਕ ਹੀ ਵਜ੍ਹਾ ਵਾ ਡੋਮੈਸਟਿਕ ਵਾਇਲੈਂਸ ਇਹਨਾਂ ਦਾ ਕਿਹੜੀ ਗੱਲ ਤੋਂ ਵਧਿਆ ਕਿ ਇਸ ਭੈਣ ਦੇ 2 ਬੇਟੇ ਨੇ ਤੇ ਇੱਕ ਬੇਟੀ ਆ ਔਰ ਦੀਪਕ ਭਾਟੀਆ ਜਿਹੜਾ ਐਸਡੀਐਮ ਆ ਆਪਣੀ ਭੈਣ ਨੂੰ ਬੇਟਾ ਦੇਣਾ ਚਾਹੁੰਦਾ ਸੀ ਔਰ ਇਸ ਭੈਣ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਮੈਂ ਆਪਣੇ ਬੇਟੇ ਨੂੰ ਜਨਮ ਦਿੱਤਾ, ਮੈਂ 9 ਮਹੀਨੇ ਪੇਟ ਵਿੱਚ ਰੱਖਿਆ, ਮੈਂ ਨਹੀਂ ਦੇਣਾ ਚਾਹੁੰਦੀ, ਮੈਂ ਬੇਟੇ ਆਪਣੇ ਨੂੰ ਖੁਦ ਪਾਲਾਂਗੀ ਪੋਸਾਂਗੀ। ਇਸ ਚੀਜ਼ ਕਰਕੇ ਇਹਨਾਂ ਦੇ ਘਰ ਦੇ ਵਿੱਚ ਇਸ ਚੀਜ਼ ਦਾ ਵਾਇਲੈਂਸ ਵੱਧ ਗਿਆ ਤੇ ਗੱਲ ਇੱਥੋਂ ਤੱਕ ਆ ਗਈ ਪਰ ਅਸੀਂ ਇਸ ਭੈਣ ਨੂੰ ਇਸ ਦੇ ਬੇਟੇ ਦਵਾ ਕੇ ਹੀ ਦਮ ਲਵਾਂਗੇ। ਹੁਣ ਕੋਈ ਗੱਲਬਾਤ ਹੋਈ ਤੁਹਾਡੀ ਜੀ ਐਸਡੀਐਮ ਸਾਹਿਬ ਨਾਲ ਜਾਂ ਕਿਸੇ ਵੱਡੇ ਅਧਿਕਾਰੀ ਨਾਲ ਇਸ ਮਸਲੇ ਨੂੰ ਲੈ ਕੇ? ਐਸਡੀਐਮ ਸਾਹਿਬ ਨਾਲ ਮੇਰੀ ਗੱਲ ਹੋਈ ਆ, ਫੋਨ ਦੇ ਉੱਪਰ ਐਸਡੀਐਮ ਸਾਹਿਬ ਨਾਲ ਮੇਰੀ ਗੱਲ ਹੋਈ ਆ ਪਰ ਉਹ ਕਿਸੇ ਵੀ ਨਿਆਂ ਤੇ ਨਹੀਂ ਆ ਰਿਹਾ। ਦੱਸਦੇ ਅਸੀਂ ਮਿਲ ਲਵਾਂਗੇ, ਕੋਰਟ ਦੇ ਵਿੱਚ ਕੇਸ ਕਰ ਰਿਹਾ, ਮੈਂ ਰਾਜੀਨਾਮਾ ਕਰਨ ਨੂੰ ਤਿਆਰ ਆ ਪਰ ਜਦੋਂ ਅਸੀਂ ਇਸ ਚੀਜ਼ ਦੀ ਉਹਨਾਂ ਨੂੰ ਦਬਾਅ ਪਾਇਆ ਕਿ ਤੁਸੀਂ ਰਾਜੀਨਾਮਾ ਕਰੋ, ਬੈਠੋ, ਕਿੱਥੇ ਬੈਠਣਾ? ਉਹ ਕਹਿੰਦੇ ਮੈਂ ਇਹਦੀ ਫੈਮਿਲੀ ਦੇ ਨਾਲ ਬੈਠਣਾ। ਅਸੀਂ ਇਹਦੀ ਫੈਮਿਲੀ, ਇਹ ਉਰਵਸ਼ੀ ਭੈਣ ਦੀ ਫੈਮਿਲੀ ਨਾਲ ਸੰਪਰਕ ਕੀਤਾ, ਉਹ ਵੀ ਤਿਆਰ ਹੈ ਬੈਠਣ ਨੂੰ ਪਰ ਐਸਡੀਐਮ ਸਾਹਿਬ ਉਸ ਤੋਂ ਬਾਅਦ ਫੋਨ ਨਹੀਂ ਚੁੱਕਦੇ। ਅਗਲਾ ਕਦਮ ਅਸੀਂ ਵਿਨੀ ਮਹਾਜਨ ਜੀ ਨੂੰ ਬਹੁਤ ਜਲਦੀ ਮਿਲਣ ਜਾ ਰਹੇ ਹਾਂ। ਇਸ ਨੂੰ ਸਸਪੈਂਡ ਕਰਾ ਕੇ ਇੱਕ ਆਮ ਪਰਸਨ ਬਣਾ ਕੇ, ਜਿਵੇਂ ਕਿ ਆਮ ਪਰਸਨ ਦੀ ਪੁਲਿਸ ਇਨਕੁਆਇਰੀ ਕਰਦੀ ਆ, ਜਿਸ ਤਰ੍ਹਾਂ ਏਐਸਆਈ ਫੜ ਕੇ ਗਲੋਂ ਫੜ ਕੇ ਉਸ ਦੇ ਉੱਪਰ ਕਾਰਵਾਈ ਕਰ ਦਿੰਦਾ, ਜਦੋਂ ਇਹ ਆਮ ਪਰਸਨ ਹੋ ਜਾਏਗਾ ਇਸ ਦੇ ਉੱਪਰ ਕਾਨੂੰਨੀ ਕਾਰਵਾਈ ਹੋਗੀ। ਇਸ ਭੈਣ ਨੂੰ ਬੱਚੇ ਦਵਾਏ ਜਾਣਗੇ, ਜੋ ਵੀ ਕਾਨੂੰਨਨ ਆਫੈਂਸ ਹੈ ਇਹਦੇ ਉੱਪਰ ਲਗਾ ਕੇ ਇਹਨੂੰ ਜੇਲ੍ਹ ਦੇ ਵਿੱਚ ਡਕਾ ਕੇ ਸਾਹ ਲਵਾਂਗੇ ਜੇ ਇਹ ਇਸ ਭੈਣ ਦੇ ਨਾਲ ਰਾਜੀਨਾਮਾ ਨਹੀਂ ਕਰਦਾ ਤਾਂ। ਇਹ ਜੀ ਸਾਡੇ ਹੈਗੇ ਨੇ ਐਸਡੀਐਮ ਸਾਹਿਬ ਨੇ ਦੀਪਕ ਭਾਟੀਆ ਜੀ, ਉਹਨਾਂ ਦੇ ਵਾਈਫ ਨੇ ਮੈਡਮ ਉਰਸਵੀ। ਇਹਨਾਂ ਦਾ ਪਿਛਲੇ ਕਰੀਬ 3 ਸਾਲ ਤੋਂ ਆਪਸੀ ਇਹਨਾਂ ਦਾ ਜਿਹੜਾ ਹੈਗਾ ਆ ਮੈਟਰੋਪੋਲੀਟਨ ਡਿਸਪਿਊਟ ਚੱਲ ਰਿਹਾ ਵਾ, ਘਰੇਲੂ ਝਗੜੇ ਚੱਲ ਰਹੇ ਇਹਨਾਂ ਦਾ। ਇਹਨਾਂ ਦੇ ਅਦਾਲਤੀ ਕੇਸ ਵੀ ਕਾਫੀ ਚੱਲ ਰਹੇ ਨੇ। ਕੀ ਵਜ੍ਹਾ ਜੀ ਇਹਨਾਂ ਦੀ ਧਰਨੇ ਲਾਉਣ ਦੀ? ਅੱਜ 4 ਦਿਨ ਹੋ ਚੱਲੇ ਨੇ ਇੱਥੇ ਘਰ ਦੇ ਬਾਹਰ ਬੈਠੇ ਹੋਏ ਜੀ। ਇਹਨਾਂ ਨੇ ਆਪਣਾ ਜਿਹੜੇ ਦੀਪਕ ਭਾਟੀਆ ਜੀ ਨੇ ਉਹਨਾਂ ਨੇ ਇਹਨਾਂ ਕੋਲੋਂ ਬੇਟੀ ਲੈਣ ਵਾਸਤੇ ਕੇਸ ਕੀਤਾ ਹੋਇਆ ਵਾ ਅਦਾਲਤੀ। ਉਹਨਾਂ ਨੇ ਇਹਨਾਂ ਦੇ ਕੋਲੋਂ ਬੇਟੇ ਲੈਣ ਵਾਸਤੇ ਕੀਤਾ ਹੋਇਆ ਵਾ ਤੇ ਜੋ ਉਹਨਾਂ ਦੀ ਡਿਮਾਂਡ ਆ ਕਿ ਮੈਨੂੰ ਮੇਰੇ ਬੇਟੇ ਵਾਪਸ ਦਿੱਤੇ ਜਾਣ। ਬਾਕੀ ਇਹਨਾਂ ਦਾ ਜਿਹੜਾ ਉਹ ਡਿਵੋਰਸ ਸੰਬੰਧੀ ਵੀ ਕੇਸ ਚੱਲ ਰਿਹਾ, ਬੱਚਿਆਂ ਦੇ ਲੈਣ ਦੇਣ ਸੰਬੰਧੀ ਵੀ ਚੱਲ ਰਿਹਾ ਆ, ਕਸਟਡੀ ਵਾਸਤੇ ਵੀ ਚੱਲ ਰਿਹਾ। ਟੋਟਲ ਇਹਨਾਂ ਦੇ 4 ਕੇਸ ਵੱਖ-ਵੱਖ ਮਾਨਯੋਗ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ। ਸਰ ਰਾਤ ਵੀ ਇੱਥੇ ਰਹਿੰਦੇ ਨੇ, ਕੋਈ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਹੈ ਇਹਨਾਂ ਨੂੰ ਜੀ? ਸਾਡੇ ਵੱਲੋਂ ਚੌਂਕੀ ਵੱਲੋਂ ਔਰ ਸਾਡੇ ਇੰਸਪੈਕਟਰ ਸਾਹਿਬ ਮੁੱਖ ਅਫਸਰ ਥਾਣਾ ਜਿਹੜੇ ਪ੍ਰਵੀਨ ਕੁਮਾਰ ਜੀ ਨੇ, ਉਹਨਾਂ ਵੱਲੋਂ ਇੱਕ ਐਰਟਿਕਾ ਲਗਾਈ ਹੋਈ ਆ। ਇੱਕ ਸਾਡੇ ਵੱਲੋਂ ਪੈਟਰੋਲਿੰਗ ਪਾਰਟੀ ਭੇਜੀ ਜਾਂਦੀ ਆ। ਇੱਕ ਜਾਂ 2 ਲੇਡੀ ਕਾਂਸਟੇਬਲਸ ਉਹਦੇ ਜਿਹੜੀਆਂ 24 ਆਵਰਸ ਪ੍ਰੈਜ਼ੈਂਟ ਰਹਿੰਦੀਆਂ ਨੇ ਉਹਦੀ ਪ੍ਰੋਟੈਕਸ਼ਨ ਵਾਸਤੇ ਭੈਣ ਜੀ ਉਹਨਾਂ ਦੀ। ਪੁਲਿਸ ਦਾ ਵੈਸੇ ਕੋਈ ਰੋਲ ਨਹੀਂ ਇਹਦੇ ਵਿੱਚ? ਨਹੀਂ ਜੀ, ਜਦੋਂ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਫਿਰ ਪੁਲਿਸ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ ਇਹਨਾਂ ਗੱਲਾਂ ਦੇ ਵਿੱਚ। ਵੈਸੇ ਵੀ ਇਹਨਾਂ ਦਾ ਘਰੇਲੂ ਮੈਟਰ ਹੈ।